मैनीटोबा सरकार ने काम ते वापस परतन वालियां लई शुरू किया मैनीटोबा रीस्टार्ट प्रोग्राम। काम ते वापस परतन वाले नूं सूबा सरकार देवेगी $2000। ਇਹ ਕਿਸੇ ਨੇ ਨਹੀਂ ਸੋਚਿਆ ਸੀ ਕਿ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਿੱਥੇ ਕੰਮ ਕਰਨ ਦੀ ਖੁੱਲ੍ਹ ਹੁੰਦੀ ਹੈ, ਲੋਕ ਕਿਸੇ ਵੀ ਉਮਰ ਦੇ ਹੋਣ ਉਹ ਕੰਮ ਕਰਨਾ ਪਸੰਦ ਵੀ ਬਹੁਤ ਕਰਦੇ ਨੇ, ਪਰ ਕੋਈ ਸਮਾਂ ਅਜਿਹਾ ਵੀ ਆ ਸਕਦਾ ਹੈ ਜਦੋਂ ਮਾਲਕ ਕਾਮਿਆਂ ਨੂੰ ਕੰਮ ਤੇ ਵਾਪਸ ਬੁਲਾਉਣ ਲਈ ਮਿੰਨਤਾਂ ਕਰਨਗੇ। ਬਸ ਇਹੀ ਸਮਾਂ ਕੋਵਿਡ ਨੇ ਲਿਆ ਦਿੱਤਾ ਹੈ ਕਿ ਲੋਕ ਘਰ ਦੇ ਵਿੱਚ ਬੈਠੇ CERB ਦੀ ਰਕਮ ਦੇ ਨਾਲ ਗੁਜ਼ਾਰਾ ਕਰ ਰਹੇ ਨੇ, ਪਰ ਉਹ ਕੰਮ ਤੇ ਵਾਪਸ ਆਉਣ ਨੂੰ ਤਿਆਰ ਨਹੀਂ। ਅਜਿਹੇ ਬਹੁਤ ਸਾਰੇ ਲੋਕਾਂ ਨੇ ਆਪਣੀ ਦੁਹਾਈ ਦਿੱਤੀ। ਕੋਵਿਡ ਕਰਕੇ ਬਹੁਤ ਸਾਰੇ ਕਾਰੋਬਾਰ ਬੰਦ ਪਏ ਸੀ, ਪਰ ਹੁਣ ਜਿਵੇਂ-ਜਿਵੇਂ ਕਾਰੋਬਾਰ ਖੁੱਲ ਰਹੇ ਨੇ, ਮਾਲਕ ਚਾਹੁੰਦੇ ਨੇ ਕਿ ਕਾਮੇ ਕੰਮ ਤੇ ਵਾਪਸ ਪਰਤਣ, ਪਰ ਅਜਿਹਾ ਅਜੇ ਨਹੀਂ ਹੋ ਰਿਹਾ। ਅਜਿਹੀ ਹਾਲਤ ਹੋ ਗਈ ਹੈ ਕਿ ਮਾਲਕ ਆਪਣੀ ਕਾਮਿਆਂ ਦੀਆਂ ਮਿੰਨਤਾਂ ਕਰ ਰਹੇ ਨੇ ਕਿ ਉਹ ਕੰਮ ਤੇ ਵਾਪਸ ਪਰਤਣ। ਜੈਸਿਕਾ ਜਿਮਰਮੈਨ ਵੀ ਉਹਨਾਂ ਦੇ ਵਿੱਚੋਂ ਇੱਕ ਹੈ, ਜੋ ਚਾਹੁੰਦੀ ਹੈ ਕਿ ਉਸਦੇ ਕਰਮਚਾਰੀ ਉਸਦੀ ਵਿੰਟੇਜ ਦੁਕਾਨ ਦੇ ਵਿੱਚ ਵਾਪਸ ਆਉਣ ਤਾਂ ਜੋ ਵਸਤੂਆਂ ਨੂੰ ਖਰੀਦਣ ਦੇ ਲਈ ਬਾਹਰ ਜਾ ਸਕੇ ਤੇ ਇੱਕ ਦਿਨ ਦੀ ਛੁੱਟੀ ਲੈ ਸਕੇ। ਪਰ ਉਸਦੇ ਕਰਮਚਾਰੀ ਜਾਂ ਤਾਂ ਬਿਲਕੁਲ ਕੰਮ ਤੇ ਵਾਪਸ ਨਹੀਂ ਆਉਣਾ ਚਾਹੁੰਦੇ ਜਾਂ ਫਿਰ ਸਿਰਫ ਉਹਨਾਂ ਘੰਟਿਆਂ ਦਾ ਹੀ ਕੰਮ ਕਰਨਾ ਚਾਹੁੰਦੇ ਨੇ ਜਿਨ੍ਹਾਂ ਤੇ ਉਹ ਪਹਿਲਾਂ ਕਰਦੇ ਸੀ। ਕੈਨੇਡਾ ਦੇ ਬਹੁਤ ਸਾਰੇ ਪ੍ਰਮੁੱਖ ਕਾਰੋਬਾਰੀ ਸਮੂਹਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੈਂਬਰ ਉਹਨਾਂ ਕਾਮਿਆਂ ਨੂੰ ਵਾਪਸ ਬੁਲਾਉਣ ਲਈ ਸੰਘਰਸ਼ ਕਰ ਰਹੇ ਨੇ ਜੋ ਸਰਕਾਰੀ ਮਹਾਮਾਰੀ ਦੇ ਰਾਹਤ ਲਾਭ ਇਕੱਠੇ ਕਰ ਰਹੇ ਨੇ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦੇ ਪ੍ਰਧਾਨ ਡੈਨ ਕੈਲੀ ਨੇ ਵੀ CTV ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਅਸੀਂ ਉਮੀਦ ਤਾਂ ਇਹੀ ਕਰਦੇ ਹਾਂ ਕਿ ਭਵਿੱਖ ਦੇ ਵਿੱਚ ਸਾਡੇ ਕੋਲ ਵੀ ਉੱਚ ਪੱਧਰੀ ਬੇਰੁਜ਼ਗਾਰੀ ਤਾਂ ਹੈ ਹੀ, ਪਰ ਨਾਲ ਹੀ ਮਜ਼ਦੂਰਾਂ ਦੀ ਘਾਟ ਵੀ ਰਹੇਗੀ। ਉਹਨਾਂ ਕਿਹਾ ਕਿ ਜੇ ਮਾਲਕ ਕਾਮਿਆਂ ਨੂੰ ਕੰਮ ਤੇ ਭਰੋਸਾ ਦਿਵਾ ਕੇ ਬੁਲਾ ਨਹੀਂ ਸਕਦੇ ਤਾਂ ਅਰਥਚਾਰੇ ਦਾ ਆਪਣੇ ਪੈਰਾਂ ਤੇ ਮੁੜ ਤੋਂ ਵਾਪਸ ਆਉਣਾ ਮੁਸ਼ਕਿਲ ਹੈ। CERB ਮਹਾਮਾਰੀ ਦੇ ਮੱਧ ਵਿੱਚ ਡਿਜ਼ਾਈਨ ਕੀਤੀ ਗਈ ਸੀ ਜੋ ਉਹਨਾਂ ਲਈ ਸੰਕਟਕਾਲੀਨ ਰਾਹਤ ਵਜੋਂ ਆਮਦਨੀ ਪੈਦਾ ਕਰਨ ਦੀ ਯੋਗਤਾ ਨਹੀਂ ਰੱਖਦੇ, ਪਰ ਇਹ ਇੱਕ ਸਿਹਤਯਾਬੀ ਲਈ ਨਹੀਂ ਬਣਾਇਆ ਗਿਆ। ਕਈ ਕਾਰੋਬਾਰਾਂ ਦੇ ਵਿੱਚ ਇੱਕ ਤਿਹਾਈ ਨੇ ਦੱਸਿਆ ਕਿ ਉਹ ਕਾਮਿਆਂ ਨੂੰ ਆਪਣੀਆਂ ਪੁਰਾਣੀਆਂ ਨੌਕਰੀਆਂ ਤੇ ਮਹਾਮਾਰੀ ਦੇ ਦੌਰਾਨ ਵਾਪਸ ਬੁਲਾਉਣ ਲਈ ਸੰਘਰਸ਼ ਕਰ ਰਹੇ ਨੇ। ਇਸੇ ਲਈ ਕੈਲੀ ਨੇ ਕਿਹਾ ਕਿ CERB ਜੋ ਮਹੀਨੇ ਦੇ ਵਿੱਚ 2000 ਦੇ ਰੂਪ ਦੇ ਵਿੱਚ ਮਿਲ ਰਹੀ ਹੈ ਉਹ ਇੱਕ ਐਮਰਜੈਂਸੀ ਰਾਹਤ ਲਾਭ ਹੈ, ਕਿਉਂਕਿ ਕਈਆਂ ਦੇ ਵਿੱਚ ਫਿਰ ਤੋਂ ਕੰਮਾਂ ਤੇ ਵਾਪਸ ਜਾਣ ਤੇ ਬੱਚਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਸੰਬੰਧੀ ਡਰ ਹੈ। ਕੈਲੀ ਨੇ ਕਿਹਾ ਕਿ ਕੁਝ ਲੋਕ ਇਸ ਤਰ੍ਹਾਂ ਦਾ ਰਿਸਕ ਲੈ ਰਹੇ ਨੇ ਜੋ ਤੁਲਨਾ ਕਰ ਰਹੇ ਨੇ ਕਿ ਘਰ ਦੇ ਵਿੱਚ ਰਹਿ ਕੇ 2000 ਪ੍ਰਾਪਤ ਕਰ ਰਹੇ ਨੇ ਤੇ ਕੰਮ ਤੇ ਜਾਣ ਤੇ 2500 ਫੁੱਲ ਟਾਈਮ ਕੰਮ ਕਰਕੇ ਮਿਲੇਗਾ। ਜਾਣਕਾਰੀ ਮੁਤਾਬਕ ਬਹੁਤ ਸਾਰੇ ਲੋਕ ਅਜਿਹੇ ਵੀ ਮਿਲੇ ਨੇ ਜੋ ਗਰਮੀ ਦੇ ਨਿਕਲ ਜਾਣ ਦਾ ਇੰਤਜ਼ਾਰ ਕਰ ਰਹੇ ਨੇ ਤੇ ਸਤੰਬਰ ਦੇ ਵਿੱਚ ਕੰਮ ਤੇ ਵਾਪਸ ਆਉਣ ਦੀ ਯੋਜਨਾ ਬਣਾ ਰਹੇ ਨੇ। ਕੈਨੇਡੀਅਨ ਚੈਂਬਰ ਆਫ ਕਾਮਰਸ ਵੀ ਆਪਣੇ ਕਾਮਿਆਂ ਤੋਂ ਇਹੀ ਕਹਾਣੀ ਸੁਣ ਰਿਹਾ ਹੈ, ਖਾਸ ਕਰਕੇ ਜੋ ਖੇਤੀਬਾੜੀ, ਰਿਟੇਲ ਐਂਡ ਫੂਡ ਸਰਵਿਸ ਨਾਲ ਜੁੜੇ ਨੇ। ਸੀਨੀਅਰ ਡਾਇਰੈਕਟਰ ਆਫ ਵਰਕਫੋਰਸ ਦਾ ਕਹਿਣਾ ਹੈ ਕਿ ਨਵੇਂ ਕਰਮਚਾਰੀਆਂ ਨੂੰ ਭਰਤੀ ਕਰਨਾ ਤੇ ਉਹਨਾਂ ਨੂੰ ਮੁੜ ਸਿਖਲਾਈ ਦੇਣਾ ਉਹਨਾਂ ਕਾਰੋਬਾਰਾਂ ਦੇ ਲਈ ਇੱਕ ਮਹਿੰਗਾ ਤੇ ਸਮੇਂ ਦੀ ਖਪਤ ਕਰਨ ਵਾਲਾ ਹੈ ਜੋ ਕਿ ਪਹਿਲਾਂ ਹੀ ਸੰਘਰਸ਼ ਦਾ ਸਾਹਮਣਾ ਕਰ ਰਹੇ ਨੇ। ਇਸ ਲਈ ਸਾਨੂੰ ਕਰਮਚਾਰੀਆਂ ਦੇ ਵਿੱਚ ਭਰੋਸਾ ਜਗਾਉਣ ਦੀ ਲੋੜ ਹੈ ਕਿ ਉਹ ਕੰਮ ਤੇ ਵਾਪਸ ਆਉਣ ਲਈ ਸੁਰੱਖਿਅਤ ਨੇ। ਨਿਊਜ਼ ਐਕਸਟਰਾ ਚੈਨਲ ਪੰਜਾਬੀ ਦੀ ਰਿਪੋਰਟ। ਸੋ ਹੁਣ ਤੁਸੀਂ ਸੁਣੀ ਲਈ ਮਾਲਕਾਂ ਦੀ ਦੁਹਾਈ ਕਿ ਉਹ ਕਿਵੇਂ ਕਾਮਿਆਂ ਨੂੰ ਕੰਮ ਤੇ ਆਉਣ ਦੇ ਲਈ ਮਿੰਨਤਾਂ ਕਰ ਰਹੇ ਨੇ, ਪਰ ਮੈਨੀਟੋਬਾ ਸਰਕਾਰ ਨੇ ਕਦਮ ਦੀ ਤਾਂ ਸਰਾਹਨਾ ਕਰਨੀ ਬਣਦੀ ਹੈ। ਇਹ ਕਹਾਵਤ ਹੈ ਕਿ ਕੰਮ ਇਸ ਤਰ੍ਹਾਂ ਕਰੋ ਕਿ ਸੱਪ ਵੀ ਮਰ ਜਾਏ ਤੇ ਲਾਠੀ ਵੀ ਨਾ ਟੁੱਟੇ। ਬਸ ਅਜਿਹਾ ਹੀ ਕੁਝ ਕਦਮ ਚੁੱਕਿਆ ਮੈਨੀਟੋਬਾ ਸਰਕਾਰ ਨੇ। ਉਹਨਾਂ ਕਾਮਿਆਂ ਨੂੰ ਆਫਰ ਦਿੱਤੀ ਹੈ ਕਿ CERB ਦੀ ਰਕਮ ਨੂੰ ਛੱਡ ਦਿਓ ਤੇ ਤੁਸੀਂ ਕੰਮ ਤੇ ਵਾਪਸ ਪਰਤੋ, ਸੂਬਾ ਸਰਕਾਰ ਤੁਹਾਨੂੰ $2000 ਦੇਵੇਗੀ। ਸੋ ਇਸ ਤਰ੍ਹਾਂ ਸਰਕਾਰ ਨੇ ਸਿਆਸੀ ਸਟੰਟ ਵੀ ਖੇਡ ਲਿਆ ਤੇ ਲੋਕਾਂ ਨੂੰ 2000 ਦਾ ਚੋਗਾ ਵੀ ਪਾ ਦਿੱਤਾ। ਸੋ ਕੰਮ ਤੇ ਲੋਕਾਂ ਨੂੰ ਵਾਪਸ ਲਿਜਾਉਣ ਦੇ ਲਈ ਸਰਕਾਰਾਂ ਨੂੰ ਕੀ ਨਹੀਂ ਕਰਨਾ ਪੈ ਰਿਹਾ। ਹਾਲ ਹੀ ਦੇ ਵਿੱਚ ਨੌਬਤ ਇੱਥੋਂ ਤੱਕ ਪਹੁੰਚ ਗਈ ਹੈ ਕਿ ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਫੈਲਿਸਟਰ ਨੇ ਮੰਗਲਵਾਰ ਨੂੰ ਇੱਥੋਂ ਤੱਕ ਐਲਾਨ ਕਰ ਦਿੱਤਾ ਕਿ ਜਿਨ੍ਹਾਂ ਲੋਕਾਂ ਦੀ CERB ਦੀ ਰਕਮ ਮੁੱਕਣ ਵਾਲੀ ਹੈ ਉਹ ਕੰਮ ਤੇ ਵਾਪਸ ਪਰਤਣ, ਉਹਨਾਂ ਨੂੰ ਅਸੀਂ ਆਪਣੇ ਨਵੇਂ ਪ੍ਰੋਗਰਾਮ ਦੇ ਤਹਿਤ ਮਦਦ ਦੇਵਾਂਗੇ। ਸੂਬੇ ਵੱਲੋਂ ਪ੍ਰਾਂਤ ਨੇ ਮੈਨੀਟੋਬਾ ਜੌਬ ਰੀਸਟਾਰਟ ਪ੍ਰੋਗਰਾਮ ਦਾ ਉਦਘਾਟਨ ਕੀਤਾ, ਜਿਸ ਦੇ ਵਿੱਚ ਯੋਗ ਹਾਸਲ ਕਰਨ ਵਾਲਿਆਂ ਨੂੰ ਵਾਪਸ ਪਰਤਣ ਤੇ 2000 ਤੱਕ ਸਿੱਧੀ ਅਦਾਇਗੀ ਹੋਵੇਗੀ। ਫੈਲਿਸਟਰ ਨੇ ਕਿਹਾ ਕਿ ਯੋਗ ਬਣਨ ਲਈ ਹਾਲਾਂਕਿ ਮੈਨੀਟੋਬਾ ਨੂੰ ਕੈਨੇਡਾ ਐਮਰਜੈਂਸੀ ਰਿਸਪਾਂਸ ਲਾਭ ਨੂੰ ਇਕੱਠਾ ਕਰਨਾ ਬੰਦ ਕਰਨਾ ਪਏਗਾ ਤੇ ਇਸ ਦੀ ਬਜਾਏ ਮੈਨੀਟੋਬਾ ਰੀਸਟਾਰਟ ਬੈਨੀਫਿਟ ਇਕੱਠਾ ਕਰਨਾ ਹੋਏਗਾ। ਸੂਬੇ ਨੇ ਨੋਟ ਕੀਤਾ ਕਿ ਫੈਡਰਲ ਸਰਕਾਰ CERB ਤੇ ਕੈਨੇਡਾ ਐਮਰਜੈਂਸੀ ਵਿਦਿਆਰਥੀ ਲਾਭ ਰਾਹੀਂ 8 ਲੱਖ ਤੋਂ ਵੱਧ ਕੈਨੇਡੀਅਨ ਕਾਮਿਆਂ ਦੀ ਤਨਖਾਹ ਤੇ ਸਬਸਿਡੀ ਦੇ ਰਹੀ ਹੈ। ਇਸ ਦੇ ਵਿੱਚ ਕਿਹਾ ਗਿਆ ਕਿ ਹਾਲਾਂਕਿ CERB ਨੇ ਮਹਾਮਾਰੀ ਦੀਆਂ ਵਿੱਤੀ ਚੁਣੌਤੀਆਂ ਰਾਹੀਂ ਨਿਵਾਸੀਆਂ ਦੀ ਮਦਦ ਕੀਤੀ ਹੈ, ਪਰ ਇਹ ਲੋਕਾਂ ਨੂੰ ਕੰਮ ਕਰਨ ਤੋਂ ਰੋਕਣ ਦੇ ਵਿੱਚ ਰੁਕਾਵਟ ਵੀ ਬਣ ਰਿਹਾ ਹੈ। ਪੈਰਿਸਟਰ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਵੇਲੇ CERB ਨੂੰ ਜ਼ਰੂਰਤ ਤੋਂ ਵੱਧ ਪੇਸ਼ ਕੀਤਾ ਗਿਆ। ਇਹ ਪ੍ਰੋਗਰਾਮ ਖਾਸ ਤੌਰ ਤੇ ਕੈਨੇਡੀਅਨਸ ਦੀ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕੀਤਾ ਗਿਆ ਹੈ ਜੋ ਕਿ COVID-19 ਮਹਾਮਾਰੀ ਕਾਰਨ ਪੈਦਾ ਹੋਈਆਂ ਨੇ। ਪ੍ਰੀਮੀਅਰ ਨੇ ਕਿਹਾ ਕਿ ਮੈਨੀਟੋਬਾ ਪ੍ਰੋਗਰਾਮ ਦੇ ਤਹਿਤ ਕਾਮੇ ਵਰਕਿੰਗ ਬੋਨਸ 2000 ਪ੍ਰਾਪਤ ਕਰ ਸਕਣਗੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਕੰਮ ਕਿਉਂ ਨਾ ਕਰਦੇ ਹੋਣ। ਉਹਨਾਂ ਕਿਹਾ ਕਿ ਜੌਬ ਰੀਸਟਾਰਟ ਪ੍ਰੋਗਰਾਮ ਨੂੰ ਪ੍ਰੋਵਿੰਸ ਦੁਆਰਾ ਫੰਡ ਕੀਤਾ ਜਾਏਗਾ ਤੇ ਕਾਮਿਆਂ ਨੂੰ ਮਾਲਕਾਂ ਤੋਂ ਯੋਗਦਾਨ ਦੀ ਲੋੜ ਨਹੀਂ ਪਵੇਗੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕੀ ਇਸ ਲਈ ਤਜਵੀਜ਼ਾਂ ਹੋਣਗੀਆਂ। ਹਫ਼ਤੇ ਦੇ ਵਿੱਚ ਘੱਟੋ ਘੱਟ 30 ਘੰਟੇ ਮੈਨੀਟੋਬਾ ਦੇ ਵਿੱਚ ਇੱਕ ਨੌਕਰੀ
ਤੇ ਵਾਪਸ ਜਾਓ। ਇਹ ਮੈਨੀਟੋਬਾ ਨੂੰ ਪਹਿਲੇ ਭੁਗਤਾਨ ਦੇ ਯੋਗ ਬਣਾਉਂਦਾ ਹੈ। ਅਗਲੇ 2 ਹਫ਼ਤਿਆਂ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਕਰਨੀ ਹੋਵੇਗੀ ਕਿ ਵਾਕਈ ਹੀ ਕੰਮ ਕਰਨ ਵਾਲਾ ਵਿਅਕਤੀ 30 ਘੰਟੇ ਕੰਮ ਤੇ ਲਗਾ ਚੁੱਕਾ ਹੈ। ਬਿਨੈਕਾਰ CERB ਜਾਂ CESB ਜਾਂ ਕਿਸੇ ਹੋਰ ਤਰ੍ਹਾਂ ਦੀ ਫੈਡਰਲ ਤੋਂ ਸਹਾਇਤਾ ਤਾਂ ਹਾਸਲ ਨਹੀਂ ਕਰ ਰਿਹਾ ਅਤੇ ਨਾਲ ਹੀ ਇਸ ਗੱਲ ਦਾ ਖਿਆਲ ਰੱਖਣਾ ਹੋਵੇਗਾ ਕਿ ਕੀ ਤੁਸੀਂ ਮੈਨੀਟੋਬਾ ਦੇ ਵਿੱਚ ਪੱਕੇ ਤੌਰ ਤੇ ਰਹਿ ਰਹੇ ਹੋ ਤੇ ਕਾਨੂੰਨੀ ਤੌਰ ਤੇ ਦੇਸ਼ ਦੇ ਵਿੱਚ ਕੰਮ ਕਰਨ ਦੀ ਆਗਿਆ ਤੁਹਾਨੂੰ ਮਿਲੀ ਹੈ। ਮੈਨੀਟੋਬਾ ਜੌਬ ਰੀਸਟਾਰਟ ਪ੍ਰੋਗਰਾਮ ਦੇ ਲਈ ਅਰਜ਼ੀਆਂ ਦੀ ਆਖਰੀ ਮਿਤੀ 31 ਜੁਲਾਈ ਹੈ। ਪ੍ਰਾਪਤ ਕੀਤੀ ਫੰਡਿੰਗ ਇੱਕ ਟੈਕਸਯੋਗ ਲਾਭ ਹੋਵੇਗਾ। ਸੋ ਪ੍ਰੀਮੀਅਰ ਨੇ ਕਿਹਾ ਕਿ ਕਾਰੋਬਾਰ ਜੋ ਪੜਾ 2 ਵੱਲ ਵਧ ਰਹੇ ਨੇ ਤੇ ਮਜ਼ਦੂਰਾਂ ਨੂੰ ਵਾਪਸ ਲਿਆਉਂਦੇ ਨੇ। ਪਿਛਲੇ ਹਫ਼ਤੇ ਐਲਾਨੀ ਤਨਖਾਹ ਸਬਸਿਡੀ ਪ੍ਰੋਗਰਾਮ ਦੇ ਲਈ ਜਵਾਬੀ ਤੌਰ ਤੇ ਅਰਜ਼ੀ ਦੇ ਸਕਦੇ ਨੇ। ਇਹ ਪ੍ਰੋਗਰਾਮ ਮਾਲਕਾਂ ਨੂੰ 5 ਕਰਮਚਾਰੀਆਂ ਲਈ ਫੰਡ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹੈ। ਸੋ ਕਿਤੇ ਨਾ ਕਿਤੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਪਿੱਛੇ ਸਿਆਸੀ ਮਕਸਦ ਵੀ ਦੇਖਿਆ ਜਾ ਰਿਹਾ ਹੈ, ਕਿਉਂਕਿ ਮੈਨੀਟੋਬਾ ਸਰਕਾਰ ਫੈਡਰਲ ਸਰਕਾਰ ਦੇ ਪ੍ਰੋਗਰਾਮ ਨੂੰ ਰੋਕਣ ਦੀ ਕੋਸ਼ਿਸ਼ ਸਦਕਾ ਇਸ ਤਰ੍ਹਾਂ ਦਾ ਐਲਾਨ ਕਰ ਰਹੀ ਹੈ। ਨਾਲ ਹੀ ਲੋਕਾਂ ਨੂੰ ਸਿੱਧੇ ਤੌਰ ਤੇ ਕੰਮਾਂ ਤੇ ਵਾਪਸ ਬੁਲਾਉਣ ਦੀ ਕੋਸ਼ਿਸ਼ ਸਦਕਾ ਵੀ ਕਾਮਿਆਂ ਨੂੰ ਇੱਕ ਚੋਗਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਿਊਜ਼ ਚੈਕਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।